चलो मालक दी जिद्दां रजा, जिद्दां काकुर वाहिगुरू जी चाहुंदे ने उदां ही हुंदा है ना। सब तो पहला तो वड्डे भागां वालियां सारे आपां नूं सच्ची संगत दे विच बिठाया मालक ने। अकाल पुरख वाहिगुरू जी ने मेहर कीती अपने ते। इस दुनिया दे विच रहिंदे होए आपां नूं उन्हां ने सिखाता इस दुनिया दे विच त्रै गुणां तो उपर उठ के किस तरह रहना। अकाल पुरख वाहिगुरू जी मेहर करो, जो जो तुसीं वाहिगुरू जी मेहर कीती आ, तरस कीता मेरे ते वाहिगुरू, इस रसना ते बैठ के आप ही संगत दे सामने बयान करो अकाल पुरख वाहिगुरू जी। हाँ जी गुरमुख प्यारिओ, सब तो पहला तां इस संगत दे विच आउण तो पहला जिंदगी की सी? सच्ची संगत। वाहिगुरू जिस तरह आपां सारे जी पहला त्रै गुणां दे विच जिंदगी जिउ रहे सी, कोशिश हुंदी सी वध तो वध सतो गुण दे उपर विचरण दी। सतो गुण दे विच तुहानूं सारिआं नूं पता की आ जांदा। सेवा आ जाती है, दया आ जाती है, खिमा आ जाती है। गुरमुख प्यारिओ, अकाल पुरख वाहिगुरू जी गुरबाणी गुरु की सेवा आप ही लैंदे सी। गुरबाणी गुरु नूं पढ़ी जा रहे सी, रटन करी जा रहे सी डेली, पर ऐदा नहीं पता सी इस संगत दे विच आउण तो पहला भी गुरबाणी गुरु कहना की चाहुंदे ने। गुरमुखो, सवेरे शाम पाठ करना, सहज पाठ करी जाना, सुखमनी साहब का पाठ करी जाना ते सुखमनी साहब का पाठ बीबियां दे नाल जाके गुरु घर जा पिंड दे विच जो चाहुंदा सी उन्हां दे घर जाके करदे सी। बीबियां दा ग्रुप बनिया होया सी लेडीज़ दा। वाहिगुरू दी मेहर सी भी जो सुखमनी साहब का पाठ करते सी उन्हां दे विचों सब तो छोटी उम्र दी सी। बाकी सारियां बजुर्ग मातावां वड्डी उम्र दी सी। वाहिगुरू ने मेहर कीती, मैनूं रजिंदर कौर जलूर भैन जी नाल मिलाया। मिलदे रहिंदे सी, अक्सर गुरु घर भी मिलदे सी ते सुखमनी साहब दा पाठ करन वो भी आउंदे सी ते असीं भी जांदे सी ते ਉਹਨਾਂ ਨੂੰ ਕਿਤੇ ਭਾਈ ਅਮਰੀਕ ਸਿੰਘ ਜੀ ਬਾਰੇ ਪਤਾ ਲੱਗਿਆ, ਸਿਮਰਨ ਦੇ ਬਾਰੇ ਪਤਾ ਲੱਗਿਆ ਤੇ ਉਹ ਭਾਈ ਸਾਹਿਬ ਨੂੰ ਮਿਲੇ। ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਸਿਮਰਨ ਕਰੀਦਾ ਤੇ ਭਾਈ ਸਾਹਿਬ ਦੱਸ ਕੇ ਗਏ ਨੇ ਵੀ ਜੇ ਮਾਲਕ ਨੂੰ ਮਿਲਣਾ ਤਾਂ ਵਾਹਿਗੁਰੂ ਗੁਰਮੰਤਰ ਕਰਨਾ ਪਊਗਾ। ਗੁਰਮੁਖ ਪਿਆਰਿਓ, ਵਾਹਿਗੁਰੂ ਗੁਰਮੰਤਰ ਗੁਰਬਾਣੀ ਦੇ ਵਿੱਚ ਦਿੱਤਾ ਹੋਇਆ ਭਾਈ ਗੁਰਦਾਸ ਜੀ ਤੇ ਗੁਰਮੁਖ ਪਿਆਰਿਓ, ਪਰ ਪਤਾ ਹੀ ਨਹੀਂ ਸੀ ਵੀ ਗੁਰਮੰਤਰ ਨੂੰ ਇਸ ਤਰ੍ਹਾਂ ਜਪਣਾ ਤੇ ਡੇਲੀ ਅਰਦਾਸ ਕਰੀ ਜਾ ਰਹੇ ਆ, ਡੇਲੀ ਕਹੀ ਜਾ ਰਹੇ ਸੀ ਵਾਹਿਗੁਰੂ 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 ਚਿਤਾਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਪਰ ਵਾਹਿਗੁਰੂ ਆਏ ਨਹੀਂ ਪਤਾ ਸੀ ਵੀ ਇਹ ਵਾਹਿਗੁਰੂ ਕਿੱਦਾਂ ਕਰੀਦਾ, ਕਿੱਦਾਂ ਸਾਨੂੰ ਸਰਬ ਸੁੱਖਾਂ ਦੀ ਪ੍ਰਾਪਤੀ ਹੋਵੇ। ਫਿਰ ਵਾਹਿਗੁਰੂ ਨੇ ਤਰਸ ਕੀਤਾ, ਮਿਹਰ ਕੀਤੀ, ਅਕਾਲ ਪੁਰਖ ਨੇ ਮਿਹਰ ਕੀਤੀ, ਤਰਸ ਕੀਤਾ ਤੇ ਜਦੋਂ ਮਨ ਦੇ ਵਿੱਚ ਇੱਛਾ ਹੋਵੇ। ਗੁਰਮੁਖ ਪਿਆਰਿਓ, ਜਦੋਂ ਇਸ ਬਾਰੇ ਨਹੀਂ ਪਤਾ ਸੀ ਵੀ ਨਾਮਦਾਨ ਹੈ ਕੀ ਚੀਜ਼ ਹੈ, ਡੇਲੀ ਅਰਦਾਸ ਦੇ ਵਿੱਚ ਪੜ੍ਹੀ ਜਾ ਰਹੀ ਸੀ ਦਾਨਾ ਸਿਰਦਾਨ ਨਾਮਦਾਨ ਤੇ ਸੁਣਿਆ ਸੀ ਗੁਰਮੁਖ ਪਿਆਰਿਆਂ ਤੋਂ, ਟੀਵੀ ਦੇ ਵਿੱਚ ਆਪਾਂ ਦੇਖਦੇ ਆ, ਕਥਾ ਚੱਲਦੀ ਰਹਿੰਦੀ ਹੈ, ਸੁਣਦੇ ਰਹਿੰਦੇ, ਹਰ ਟਾਈਮ ਘਰ ਦੇ ਵਿੱਚ ਗੁਰਬਾਣੀ ਚੱਲਦੀ ਸੀ ਤੇ ਗੁਰਮੁਖ ਦੇ ਮੁਖ ਚੋਂ ਸੁਣਿਆ, ਹੁਣ ਯਾਦ ਨਹੀਂ ਕਿਹੜੇ ਗੁਰਮੁਖ ਸੀ ਉਹ ਟੀਵੀ ਤੇ ਉਸ ਦਿਨ ਤੋਂ ਇਸ ਸੰਗਤ ਦੇ ਵਿੱਚ ਆਉਣ ਤੋਂ ਪਹਿਲਾਂ ਸਾਲ ਡੇਢ ਸਾਲ ਪਹਿਲਾਂ ਨਾਮਦਾਨ ਦੀ ਪੁਕਾਰ ਹੋ ਗਈ ਸੀ ਮਨ ਦੇ ਵਿੱਚ, ਪਰ ਉਸ ਸਮੇਂ ਆਏ ਨਹੀਂ ਪਤਾ ਸੀ ਨਾਮਦਾਨ ਹੈ ਕੀ ਚੀਜ਼ ਆ ਤੇ ਨਾਮਦਾਨ ਮੰਗਣਾ ਤੇ ਵਾਹਿਗੁਰੂ ਇਸ ਸੰਗਤ ਦੇ ਵਿੱਚ ਆਇਆ ਤਾਂ ਪਤਾ ਲੱਗਿਆ ਨਾਮਦਾਨ ਮਾਲਕ ਦੇ ਮੁਖ ਦੀ ਆਵਾਜ਼ ਹੈ ਜੋ ਸਭ ਤੋਂ ਜ਼ਰੂਰੀ ਆ, ਜੋ ਜੀਵਨ ਦਾ ਆਧਾਰ ਆ, ਜਿਸਨੇ ਇਹ ਜਨਮ ਲੇਖੇ ਦੇ ਵਿੱਚ ਲਾ ਦੇਣਾ। ਹਾਂਜੀ ਗੁਰਮੁਖ ਪਿਆਰਿਓ, ਭੈਣ ਰਜਿੰਦਰ ਕੌਰ ਜੀ ਦੇ ਘਰ ਭਾਈ
ਤੇ ਉੱਥੇ ਮਿਲਾਇਆ। ਚਲੋ ਭਾਈ ਸਾਹਿਬ ਨੂੰ ਦੱਸਿਆ ਵੀ ਵਾਹਿਗੁਰੂ ਗੁਰਮੰਤਰ ਕਰਨਾ। ਜਦੋਂ ਸਟਾਰਟਿੰਗ ਕੀਤੀ ਸੀ ਤੇ ਉਦੋਂ ਪਤਾ ਲੱਗਿਆ ਵੀ ਗੁਰਮੰਤਰ ਕਰਨਾ ਫੁਰਨਿਆਂ ਤੋਂ ਰਹਿਤ। ਜਦੋਂ ਗੁਰਮੰਤਰ ਕਰਨ ਦੀ ਸ਼ੁਰੂਆਤ ਕੀਤੀ ਤਾਂ ਫੁਰਨੇ ਨਹੀਂ ਰੁਕ ਰਹੇ ਸੀ, ਮਨ ਇੱਧਰ ਉੱਧਰ ਭੱਜਿਆ ਜਾ ਰਿਹਾ ਸੀ। ਬੜੀ ਕੋਸ਼ਿਸ਼ ਕਰਦੇ ਸੀ ਵੀ ਰੋਕੀ, ਪਰ ਨਹੀਂ ਰੁਕਦਾ, ਕਿਉਂਕਿ ਉਹਨੂੰ ਭੱਜਣ ਦੀ ਆਦਤ ਪੈ ਗਈ ਸੀ ਨਾ। ਤੇ ਫਿਰ ਹੌਲੀ ਹੌਲੀ ਵਾਹਿਗੁਰੂ ਨੇ ਮਿਹਰ ਕੀਤੀ, ਸੰਗਤ ਕਰਦੇ ਰਹੇ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨਾਲ ਫੋਨ ਤੇ ਵੀ ਗੱਲਬਾਤ ਕਰਦੇ ਰਹਿੰਦੇ ਸੀ ਤੇ ਪਤਾ ਕਰਦੇ ਰਹਿੰਦੇ ਸੀ। ਵਾਹਿਗੁਰੂ ਬਹੁਤ ਸੋਹਣਾ ਗਾਈਡ ਕੀਤਾ। ਇਹ ਮੇਰੇ ਫਸਟ ਟੀਚਰ ਨੇ। ਜਿੱਦਾਂ ਨਰਸਰੀ ਦੇ ਬੱਚੇ ਨੂੰ ਬੜੇ ਪ੍ਰੇਮ ਦੇ ਨਾਲ ਪੜ੍ਹਾਇਆ ਜਾਂਦਾ, ਇਸ ਤਰ੍ਹਾਂ ਇਹਨਾਂ ਨੇ ਬੜੇ ਪ੍ਰੇਮ ਦੇ ਨਾਲ ਪੜ੍ਹਾਇਆ, ਸਿਖਾਇਆ। ਵਾਹਿਗੁਰੂ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਬੇਨਤੀਆਂ ਵੀ ਸ਼ੁਰੂ ਹੋਈਆਂ, ਜੋਦੜੀਆਂ ਵੀ ਸ਼ੁਰੂ ਹੋਈਆਂ ਤੇ ਪੁਕਾਰ ਵੀ ਸ਼ੁਰੂ ਹੋਈ ਅੰਦਰੋਂ। ਜਦੋਂ ਇਸ ਰਾਤ ਦੀ ਸ਼ੁਰੂਆਤੀ ਤੌਰ ਤੇ ਤੁਰੇ, ਸੰਗਤ ਦੇ ਵਿੱਚ ਬੈਠ ਕੇ ਇਹ ਪਤਾ ਲੱਗ ਚੁੱਕਿਆ ਸੀ ਵੀ ਇਹਦੇ ਵਿੱਚ ਆਪਾਂ ਨੂੰ ਥੋੜਾ ਸਮਾਜ ਦੇ ਵਿੱਚ ਵੀ ਜਾਂ ਤ੍ਰੈ ਗੁਣਾ ਦੇ ਵਿੱਚ ਵੀ ਵਿਚਰਦੇ ਹੋਏ ਸੰਕੋਚ ਨਾਲ ਗੁਜ਼ਰਨਾ ਪਊਗਾ, ਚੱਲਣਾ ਪਊਗਾ। ਫਿਰ ਸੰਕੋਚ ਸ਼ੁਰੂ ਕੀਤਾ। ਸ਼ੁਰੂਆਤੀ ਦੌਰ ਤੇ ਕੋਸ਼ਿਸ਼ ਹੁੰਦੀ ਸੀ ਸਿਰਫ ਆਪਣੇ ਕਮਰੇ ਤੋਂ ਬਾਹਰ ਵਾਸ਼ਰੂਮ ਜਾਂ ਕੰਮ ਧੰਦੇ ਲਈ ਘੰਟਾ 2 ਘੰਟੇ ਹੀ ਬਾਹਰ ਨਿਕਲਦੇ ਸੀ। ਬਾਕੀ ਉੱਠਦੇ ਬਹਿੰਦੇ ਤੁਰਦੇ ਫਿਰਦੇ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਚੱਲਦਾ ਸੀ। ਮਾਲਕ ਦੇ ਨਾਲ ਪ੍ਰੇਮ ਪੈਦਾ ਹੋ ਗਿਆ ਸੀ ਅੰਦਰੋਂ। ਮਾਲਕ ਨੇ ਵੀ ਮਿਹਰ ਕੀਤੀ, ਬੜੀ ਛੇਤੀ ਹਫ਼ਤੇ 2 ਹਫ਼ਤਿਆਂ ਦੇ ਵਿੱਚ ਹਰ ਰਸ ਨਾਮ ਰਸ ਆਪਣੇ ਮੁਖ ਦੀ ਆਵਾਜ਼ ਸੁਣਾਉਣੀ ਸ਼ੁਰੂ ਕਰ ਦਿੱਤੀ ਸੀ। 2-2.5 ਮਹੀਨਿਆਂ ਬਾਅਦ ਅਕਾਲ ਪੁਰਖ ਵਾਹਿਗੁਰੂ ਜੀ ਨੇ ਅੰਮ੍ਰਿਤ ਰਸ ਦੀ ਦਾਤ ਦੇ ਦਿੱਤੀ ਸੀ। ਵਾਹਿਗੁਰੂ ਮਨ ਬਹੁਤ ਖੁਸ਼ ਹੋਇਆ। ਸ਼ੁਰੂਆਤੀ ਦੌਰ ਤੇ ਜਦੋਂ ਮਾਲਕ ਨੇ ਦਾਤਾਂ ਦਿੱਤੀਆਂ ਤਾਂ ਮਨ ਦੇ ਵਿੱਚ ਚਾਅ ਪੈਦਾ ਹੋਇਆ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਵੀ ਹੋਣੇ ਸ਼ੁਰੂ ਹੋ ਗਏ ਸੀ। ਤੇ ਮਨ ਦੇ ਵਿੱਚ ਚਾਅ ਇਹ ਪੈਦਾ ਹੋਇਆ ਵੀ ਹੋਰਨਾਂ ਨੂੰ ਵੀ ਦੱਸਿਆ ਜਾਵੇ, ਵੱਧ ਤੋਂ ਵੱਧ। ਵਾਹਿਗੁਰੂ ਸ਼ੁਰੂਆਤੀ ਦੌਰ ਤੇ ਆਪਣੇ ਫੋਨ ਦੇ ਜਿੰਨੇ ਆਪਣੇ ਫੋਨ ਨੰਬਰ ਸੀ ਕੰਟੈਕਟ, ਹਰ ਇੱਕ ਜੀਵ ਨੂੰ ਕੋਸ਼ਿਸ਼ ਕੀਤੀ ਦੱਸਣ ਦੀ, ਪਰ ਗੁਰਮੁਖ ਪਿਆਰਿਓ ਇਸ ਰਾਹ ਤੇ ਬਿਰਲੇ ਚੱਲਣਗੇ। ਉਹਨਾਂ ਵਿੱਚੋਂ 2-4 ਹੀ ਚੱਲੇ। ਮਾਲਕ ਨੇ ਮਿਹਰ ਕੀਤੀ ਹੋਈ ਆ, ਬਹੁਤ ਸੋਹਣੀ ਕਿਰਪਾ। ਜੋ ਵੀ ਚੱਲੇ ਨੇ ਮੇਰੇ ਭੈਣ ਭਾਈ, ਮਿਹਰ ਆ ਮਾਲਕ ਦੀ। ਗੁਰਮੁਖ ਪਿਆਰਿਓ ਸ਼ੁਰੂਆਤੀ ਦੌਰ ਦੇ ਵਿੱਚ ਮਨ ਦੇ ਵਿੱਚ ਇੰਨਾ ਚਾਅ ਸੀ ਵੀ ਹਰ ਇੱਕ ਨੂੰ ਦੱਸਿਆ ਜਾਵੇ। ਇਹ ਸਟੇਜ ਵਾਈਜ਼ ਸਟੇਜ ਚੱਲਦਾ ਗੁਰਮੁਖ ਪਿਆਰਿਓ। ਸਟੇਜਾਂ ਬਦਲਦੀਆਂ ਰਹਿੰਦੀਆਂ ਨੇ, ਮਨ ਉਸੇ ਤਰ੍ਹਾਂ ਹੀ ਢਲਦਾ ਜਾਂਦਾ। ਤੇ ਵਾਹਿਗੁਰੂ ਗੁਰਮੰਤਰ ਬਹੁਤ ਹੀ ਪਾਵਰਫੁਲ, ਬਹੁਤ ਹੀ ਸ਼ਕਤੀਸ਼ਾਲੀ ਗੁਰਮੰਤਰ ਆ। ਇਹਨੂੰ ਆਪਾਂ ਘੱਟ ਨਹੀਂ ਸਮਝਣਾ। ਇਹ ਆਪਾਂ ਕਿਉਂ ਕਰਨਾ? ਕਿਉਂਕਿ ਮਨ ਫੁਰਨਿਆਂ ਤੋਂ ਰਹਿਤ ਹੋ ਜੇ। ਹਾਂਜੀ ਗੁਰਮੁਖ ਪਿਆਰਿਓ, ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕਰ ਚੁੱਕੀ ਹਾਂ ਵੀ ਉਸ ਸਮੇਂ ਜਦੋਂ ਮੇਰਾ ਸ਼ੁਰੂਆਤੀ ਦੌਰ ਸੀ, ਮਾਲਕ ਦੀ ਕਿਰਪਾ ਸੀ, ਮਾਲਕ ਸਿਮਰਨ ਦੀ ਸੇਵਾ ਬਹੁਤ ਲੈ ਰਹੇ ਸੀ ਤੇ ਅਸੀਂ ਕਈ ਜਣੀਆਂ ਫੋਨ ਤੇ ਰਲ ਕੇ ਸਿਮਰਨ ਕਰਦੀਆਂ ਹੁੰਦੀਆਂ, ਜਿੱਦਾਂ ਕਮਲ, ਮੈਂ ਤੇ 1-2 ਹੋਰ ਆਪਣੇ ਸੰਗਤ ਦੇ ਵਿੱਚ ਨੇ। ਤੇ ਏਦਾਂ ਅਸੀਂ ਇੱਕ ਦੂਜੀ ਨੂੰ ਫੋਨ ਲਾ ਲੈਣਾ ਅੱਗੇ ਦੀ ਅੱਗੇ, ਤੇ ਫਿਰ ਘੰਟਾ 2-2 ਘੰਟੇ ਸਿਮਰਨ ਚੱਲਦਾ ਸੀ। ਟਾਈਮ ਬੰਨਿਆ ਹੋਇਆ ਸੀ ਸਾਡਾ। ਤੇ ਉਸੇ ਦੌਰ ਦੇ ਵਿੱਚ ਗੁਜ਼ਰਦੇ ਹੋਏ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੇਰੇ ਹਸਬੈਂਡ ਉਦੋਂ ਆਰਮੀ 'ਚ ਸੀ, ਹੁਣ ਤਾਂ ਰਿਟਾਇਰ ਹੋ ਗਏ। ਉਹਨਾਂ ਦੀ ਗਲੇਸ਼ੀਅਰ ਡਿਊਟੀ ਸੀ ਤੇ ਗਲੇਸ਼ੀਅਰ ਡਿਊਟੀ ਸੀ ਤਾਂ ਉੱਥੇ ਉਹ ਬਿਮਾਰ ਹੋ ਗਏ ਸੀ। ਤੇ ਜਦੋਂ ਬਿਮਾਰ ਹੋਏ ਸਾਨੂੰ ਫੋਨ ਆਇਆ ਤੇ ਮੈਂ ਭਾਈ ਅਮਰੀਕ ਸਿੰਘ ਜੀ ਨੂੰ ਫੋਨ ਕੀਤਾ ਤੇ ਭਾਈ ਸਾਹਿਬ ਕਹਿੰਦੇ ਗੁਰਮੰਤਰ ਦਾ ਲੜਨਾ ਛੱਡਿਓ, ਕੁਝ ਨਹੀਂ ਹੁੰਦਾ। ਸੱਚ ਜਾਣਿਓ, ਇਹ ਗੁਰਮੰਤਰ ਇੰਨਾ ਸ਼ਕਤੀਸ਼ਾਲੀ ਆ ਤੇ ਇਹ ਗੁਰਮੰਤਰ ਨੇ ਉਹਨਾਂ ਨੂੰ ਬੜੀ ਜਲਦੀ ਠੀਕ ਕਰ ਦਿੱਤਾ ਸੀ। ਵਾਹਿਗੁਰੂ ਜਦੋਂ ਖਾਣਾ ਖਾਂਦੇ ਉਦੋਂ ਵੀ ਗੁਰਮੰਤਰ, ਜਦੋਂ ਕੋਲੇ ਬਹਿੰਦੇ ਉਦੋਂ ਵੀ ਗੁਰਮੰਤਰ। ਜਦੋਂ ਉਹ ਹਸਪੀਟਲ 'ਚ ਸੀ, ਅਸੀਂ ਪਹੁੰਚੇ ਨਹੀਂ ਤਾਂ 3-3.5 ਘੰਟਿਆਂ ਦਾ ਰਸਤਾ ਸੀ,
ਅਸੀਂ ਗੱਡੀ ਦੇ ਵਿੱਚ ਜਾ ਰਹੇ ਸੀ ਤਾਂ 1 ਮਿੰਟ ਦੇ ਲਈ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰਮੰਤਰ ਬੰਦ ਨਹੀਂ ਕਰਨ ਦਿੱਤਾ ਸੀ। ਜਦੋਂ ਗੁਰਮੰਤਰ ਕਰਦੇ ਗਏ, ਉੱਥੇ ਪਹੁੰਚੇ ਤਾਂ ਉਹਨਾਂ ਦੀ ਹਾਲਤ ਠੀਕ ਨਹੀਂ ਸੀ। ਤਾਂ ਇਸ ਗੁਰਮੰਤਰ ਨੇ ਇੰਨਾ ਰੱਖਿਆ ਚੱਕਰ ਬਣਾਇਆ ਕਿ ਬਹੁਤ ਹੀ ਥੋੜੇ ਦਿਨਾਂ 'ਚ ਬਿਲਕੁਲ ਠੀਕ ਹੋ ਕੇ ਘਰ ਛੁੱਟੀ ਲੈ ਕੇ ਆ ਗਏ ਸੀ। ਅਕਾਲ ਪੁਰਖ ਵਾਹਿਗੁਰੂ ਜੀ ਗੁਰਮੁਖ ਪਿਆਰਿਓ ਇੱਥੇ ਵੀ ਸਹਾਈ ਹੁੰਦੇ ਨੇ ਤੇ ਅੱਗੇ ਵੀ ਸਹਾਈ ਹੁੰਦੇ ਨੇ। ਆਪਣਾ ਵਿਸ਼ਵਾਸ ਹੋਣਾ ਚਾਹੀਦਾ, ਦ੍ਰਿੜ ਵਿਸ਼ਵਾਸ। ਇਸੇ ਤਰ੍ਹਾਂ ਸ਼ੁਰੂਆਤੀ ਦੌਰ ਤੇ ਜਦੋਂ ਗੁਰਮੰਤਰ ਕਰਦੇ ਸੀ ਤਾਂ ਘਰ ਦੇ ਮੈਂਬਰ ਇਤਰਾਜ਼ ਕਰਦੇ ਸੀ ਵੀ ਇੰਨੀ ਉੱਚੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹੋ, ਭਾਈ ਇਹ ਚੰਗਾ ਨਹੀਂ ਲੱਗਦਾ। ਵੀ ਪਹਿਲਾਂ ਵਧੀਆ ਸੀ, ਪਾਠ ਕਰਦੇ ਸੀ, ਗੁਰੂ ਘਰ ਜਾਂਦੇ ਸੀ, ਹੁਣ ਤੁਸੀਂ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹੋ। ਗੁਰਮੁਖ ਪਿਆਰਿਓ ਗੁਰਬਾਣੀ ਗੁਰੂ ਪੜ੍ਹਦੇ ਨੇ, ਆਪਾਂ ਨਹੀਂ ਛੱਡਣੇ। ਗੁਰੂ ਘਰ ਆਪਾਂ ਨੇ ਜਾਣਾ, ਗੁਰੂ ਘਰ ਨਹੀਂ ਛੱਡਣਾ, ਪਰ ਗੁਰਮੰਤਰ ਕਰਦੇ ਹੋਏ ਜਾਣਾ। ਗੁਰਬਾਣੀ ਪੜ੍ਹਨੀ ਹੈ ਤਾਂ ਪਹਿਲਾਂ ਸਾਸ ਗ੍ਰਾਸ ਗੁਰਮੰਤਰ ਕਰੋ, ਫਿਰ ਬਾਣੀ ਪੜ੍ਹੋ, ਫਿਰ ਗੁਰਬਾਣੀ ਗੁਰੂ ਦੀ ਬੜੀ ਸਮਝ ਆਉਂਦੀ ਆ। ਬੜੇ ਪ੍ਰੇਮ ਦੇ ਨਾਲ ਗੁਰਬਾਣੀ ਗੁਰੂ ਆਪਾਂ ਨੂੰ ਸਮਝਾਉਂਦੇ ਨੇ, ਉਹ ਆਪਾਂ ਸਮਝਣਾ। ਕਿਉਂਕਿ ਫੁਰਨਿਆਂ ਗੁਰਮੰਤਰ ਕਰਕੇ ਆਪਾਂ ਫੁਰਨਿਆਂ ਤੋਂ ਰਹਿਤ ਹੁੰਨੇ ਆ। ਜਦੋਂ ਫੁਰਨਿਆਂ ਤੋਂ ਰਹਿਤ ਹੋ ਕੇ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਆ ਤਾਂ ਇਹ ਪੜ੍ਹੀ ਹੋਈ ਬਾਣੀ ਵੀ ਲੇਖੇ ਦੇ ਵਿੱਚ ਲੱਗਦੀ। ਗੁਰੂ ਘਰ ਵੀ ਜਾਣਾ ਤਾਂ ਵਾਹਿਗੁਰੂ ਵਾਹਿਗੁਰੂ ਆਪਣੇ, ਜਿੱਦਾਂ ਆਪਾਂ ਪੈਰ ਪੁੱਟਦੇ ਆ, ਇੱਕ ਤੇ ਵਾਹੇ, ਦੂਜੇ ਤੇ ਗੁਰੂ ਕਰਦੇ ਕਰਦੇ ਜਾ ਕੇ ਗੁਰੂ ਨੂੰ ਨਮਸਕਾਰ ਕਰਕੇ ਤੇ ਆਉਂਦੇ ਹੋਏ ਵੀ ਇਸ ਤਰ੍ਹਾਂ ਕਰਾਂਗੇ ਤਾਂ ਆਪਣਾ ਜਾਣਾ ਵੀ ਲੇਖੇ ਦੇ ਵਿੱਚ ਲੱਗੂਗਾ। ਰਹਿਣਾ ਇਸ ਸੰਸਾਰ ਤੇ ਹੀ ਆਪਾਂ ਨੇ, ਪਰ ਆਪਾਂ ਵਿਧ ਸਿੱਖ ਲੈਣੀ ਹੈ। ਜਿਸ ਤਰ੍ਹਾਂ ਆਪਣਾ ਗੁਰੂ ਦੱਸਦਾ ਆਪਾਂ ਉਸੇ ਤਰ੍ਹਾਂ ਹੀ ਸਿੱਖਣਾ ਤੇ ਸਿੱਖ ਕੇ ਉਹਦੇ ਉੱਪਰ ਚੱਲਣਾ। ਗੁਰੂ ਸਮਝਾ ਰਹੇ ਨੇ, ਸਮਝ ਕੇ ਉਹਨੂੰ ਮੰਨਣਾ। ਗੁਰਮੁਖ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਪਿਤਾ ਨੇ, ਆਪਣੇ ਗੁਰੂ ਨੇ, ਜੋ ਕਹਿੰਦੇ ਨੇ ਬੜੇ ਪ੍ਰੇਮ ਦੇ ਨਾਲ ਸੁਣਨਾ। ਜੋ ਹੁਕਮਨਾਮਾ ਆਉਂਦਾ ਉਹਨੂੰ ਸੁਣਨਾ ਤੇ ਉਹਨੂੰ ਫਿਰ ਕੋਸ਼ਿਸ਼ ਕਰਨਾ ਅੱਜ ਮੈਂ ਸਾਰਾ ਦਿਨ ਉਹਨੂੰ ਲਾਗੂ ਕਰਾਂ। ਜੇ ਗੁਰਬਾਣੀ ਗੁਰੂ ਕਹਿੰਦੇ ਨੇ ਸਿਮਰੋ ਤਾਂ ਆਪਾਂ ਸਿਮਰੀਏ, ਜੇ ਕਹਿੰਦੇ ਨੇ ਭਾਣੇ ਵਿੱਚ ਰਹੋ ਤਾਂ ਆਪਾਂ ਭਾਣੇ ਵਿੱਚ ਰਹੀਏ। ਵਾਹਿਗੁਰੂ ਗੁਰਬਾਣੀ ਗੁਰੂ ਦੀ ਗੱਲ ਮੰਨਣੀ ਆਪਾਂ ਨੇ, ਸਿਰਫ ਉਹਨਾਂ ਨੂੰ ਪੜ੍ਹੀ ਨਹੀਂ ਜਾਣਾ। ਹਾਂਜੀ ਗੁਰਮੁਖ ਪਿਆਰਿਓ, ਸ਼ੁਰੂਆਤੀ ਦੌਰ ਤੇ ਤੁਹਾਨੂੰ ਦੱਸਦੇ ਸੀ ਵੀ ਘਰ ਦੇ ਇਤਰਾਜ਼ ਕਰਦੇ ਸੀ ਵੀ ਵਾਹਿਗੁਰੂ ਗੁਰਮੰਤਰ ਨਾ ਕੀਤਾ ਜਾਵੇ, ਲੋਕ ਕੀ ਕਹਿਣਗੇ ਇੰਨੀ ਉੱਚੀ। ਵਾਹਿਗੁਰੂ ਸ਼ੁਰੂਆਤੀ ਦੌਰ ਤੇ ਥੋੜਾ ਉੱਚੀ ਕਰਨਾ ਪੈਂਦਾ, ਉਹ ਤਾਂ ਕਰਨਾ ਪੈਂਦਾ ਵੀ ਮਨ ਨਾ ਭੱਜੇ। ਅਕਾਲ ਪੁਰਖ ਵਾਹਿਗੁਰੂ ਜੀ ਨੇ ਸੇਵਾ ਵੀ ਬਹੁਤ ਲਈ, ਬੜੀ ਉੱਚੀ ਉੱਚੀ ਸਿਮਰਨ ਕਰਵਾਇਆ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਿਹਰ ਕੀਤੀ। ਜੋ ਘਰ ਪਰਿਵਾਰ ਦੇ ਮੈਂਬਰ ਇਸ ਤਰ੍ਹਾਂ ਕਹਿੰਦੇ ਸੀ ਇਸ ਤਰ੍ਹਾਂ ਨਹੀਂ ਕਰਨਾ, ਅੱਜ ਉਹ ਵੀ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਨੇ, ਕਿਉਂਕਿ ਉਹ ਹਰ ਇੱਕ ਜੀਵ ਦੇ ਹਿਰਦੇ ਦੇ ਵਿੱਚ ਵਸ ਗਿਆ। ਕਿਉਂਕਿ ਹਰ ਸਮੇਂ ਘਰੇ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਜਾਪ ਚੱਲਦਾ ਸੀ। ਹਾਂਜੀ ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਸੰਗਤ ਅਟੈਂਡ ਕਰਨੀ, ਜਿੱਥੇ ਵੀ ਨੇੜੇ ਤੇੜੇ ਏਰੀਏ 'ਚ ਸੰਗਤ ਹੋਣੀ ਤਾਂ ਜ਼ਰੂਰ ਭਾਈ ਸਾਹਿਬ ਦੇ ਨਾਲ ਜਾਂਦੇ ਸੀ। ਉਸ ਤੋਂ ਬਾਅਦ ਭਾਈ ਸਾਹਿਬ ਫਿਰ ਸਾਨੂੰ ਜਗਰਾਵਾਂ ਲੈ ਕੇ ਗਏ, ਭਾਈ ਸਾਹਿਬ ਭਾਈ ਧਰਮਜੀਤ ਸਿੰਘ ਜੀ ਕੋਲ। ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਉੱਥੇ ਅੰਮ੍ਰਿਤ ਦੀ ਦਾਤ ਦਿੱਤੀ। ਗੁਰਮੁਖ ਪਿਆਰਿਓ, ਜਿਸ ਦਿਨ ਅਸੀਂ ਜਾ ਰਹੇ ਸੀ, ਖਿਆਲ 'ਚ 10 ਜਾਂ 11 ਫਰਵਰੀ ਸੀ, 13 ਫਰਵਰੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਸੀ ਮਾਲਕ ਨੇ। ਜਦੋਂ ਅਸੀਂ ਗੱਡੀ ਦੇ ਵਿੱਚ ਜਾ ਰਹੇ ਸੀ, ਅਸੀਂ 9-10 ਜਣੇ ਸੀ, ਤਾਂ ਅਕਾਲ ਪੁਰਖ ਵਾਹਿਗੁਰੂ ਜੀ ਰਸਨਾ ਦੇ ਉੱਪਰ ਬੈਠ ਕੇ ਵਿਚਾਰ ਕਰਾ ਰਹੇ ਸੀ ਵੀ ਗੁਰਮੁਖ ਪਿਆਰਿਓ, ਹੁਣ ਤੁਸੀਂ ਜਾ ਰਹੇ ਹੋ, ਆਪਣੇ ਭਾਂਡੇ ਨੂੰ ਬਿਲਕੁਲ ਖਾਲੀ ਕਰਕੇ ਲੈ ਕੇ ਜਾਓ। ਜਦੋਂ ਭਾਂਡਾ ਖਾਲੀ ਹੋਊਗਾ, ਸਤ ਸੰਗਤ ਦੇ ਵਿੱਚ ਜਾਣਾ ਵੀ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਬਿਲਕੁਲ ਖਾਲੀ ਹੋ ਕੇ ਜਾਣਾ, ਵਿਚਾਰਾਂ ਤੋਂ ਰਹਿਤ, ਆਪਣੇ ਗਿਆਨ ਨੂੰ ਪਿੱਛੇ ਛੱਡ ਕੇ। ਜਦੋਂ ਇਸ ਤਰ੍ਹਾਂ ਜਾਵਾਂਗੇ ਤਾਂ ਸੰਗਤ ਦੇ ਵਿੱਚ ਆਪਣਾ ਭਾਂਡਾ ਭਰ ਕੇ, ਇਹ ਮਨ ਰੂਪੀ ਭਾਂਡਾ ਗੁਰਮੁਖ ਪਿਆਰਿਓ, ਫਿਰ ਇਹਨੇ ਭਰ ਕੇ ਵਾਪਸ ਆਉਣਾ। ਕਿਉਂਕਿ ਖਾਲੀ ਹੋਊਗਾ ਤਾਂ ਭਰੂਗਾ, ਜੇ ਪਹਿਲਾਂ ਗਿਆਨ ਦਾ ਜਾਂ ਕ੍ਰੋਧ ਦਾ ਜਾਂ ਵਿਰੋਧ ਦਾ ਜਾਂ ਈਰਖਾ ਦਾ ਭਰਿਆ ਹੋਊਗਾ, ਫਿਰ ਇਹਦੇ ਵਿੱਚ ਚੀਜ਼ ਨਹੀਂ ਟਿਕਣੀ, ਇਹਦੇ ਵਿੱਚ ਨਾਮ ਨਹੀਂ ਟਿਕਣਾ। ਜਦੋਂ ਜਾਂਦੇ ਸੀ ਤਾਂ ਸੰਗਤਾਂ ਨਾਲ ਵਿਚਾਰ ਕਰਾ ਰਹੇ ਸੀ ਮਾਲਕ ਵੀ ਗੁਰਮੁਖ ਪਿਆਰਿਓ, ਆਪਾਂ ਜਾ ਰਹੇ ਹਾਂ ਸਥਾਨ ਤੇ, ਜਦੋਂ ਜਾਂਦੇ ਪਏ ਆ
ਤਾਂ ਫਿਰ ਆਪਾਂ ਇਹ ਮਨ ਰੂਪੀ ਭਾਂਡਾ ਬਿਲਕੁਲ ਖਾਲੀ ਕਰਕੇ ਲੈ ਕੇ ਜਾਈਏ ਸੌਰੀ, ਤੇ ਖਾਲੀ ਕਰਕੇ ਲੈ ਕੇ ਜਾਵਾਂਗੇ ਤਾਂ ਭਰ ਕੇ ਲੈ ਕੇ ਆਵਾਂਗੇ। ਜਦੋਂ ਅਸੀਂ ਜਾ ਰਹੇ ਸੀ, ਅਸੀਂ 10 ਜਣੇ ਹੋਵਾਂਗੇ ਖਿਆਲ 'ਚ, ਤੇ ਵਾਹਿਗੁਰੂ ਕਿਸੇ ਨੇ ਵੀ ਨਹੀਂ ਏਦਾਂ ਸੋਚਿਆ ਸੀ ਵੀ ਅੰਮ੍ਰਿਤ ਦੀ ਦਾਤ ਲੈ ਕੇ ਆਵਾਂਗੇ। ਮੇਰਾ ਤਾਂ ਆਪਣੀ ਪਲਾਨਿੰਗ ਏਦਾਂ ਸੀ ਵੀ ਅਗਲੇ ਸਾਲ ਅੰਮ੍ਰਿਤ ਦੀ ਦਾਤ ਲਵਾਂਗੇ, ਕਿਉਂਕਿ ਫੌਜੀ ਸਾਹਿਬ ਨਾਲ ਨਹੀਂ ਗਏ ਸੀ, ਪਿੱਛੇ ਸੀ ਵੀ ਇਕੱਠੀ ਅੰਮ੍ਰਿਤ ਦੀ ਦਾਤ ਲਵਾਂਗੇ, ਕੋਈ ਗੱਲ ਨਹੀਂ ਅਗਲੇ ਸਾਲ ਲੈ ਲਾਂਗੇ। ਤੇ ਗੁਰਮੁਖ ਪਿਆਰੇ ਜਦੋਂ ਉੱਥੋਂ ਪਹੁੰਚੇ ਤਾਂ ਸਾਡੇ ਵਿੱਚੋਂ 3-4 ਜਣਿਆਂ ਨੇ ਨਾਮ ਲਿਖਾਤਾ ਸੀ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲੈਣੀ ਆ, ਤਾਂ ਵੀ ਇਹ ਪ੍ਰਭਜੋਤ ਹੁਣ ਨਾ ਅੰਮ੍ਰਿਤ ਦੀ ਦਾਤ ਲਈ, ਜੇ ਤੇਰੇ ਸਵਾਸ ਖਤਮ ਹੋ ਗਏ ਫਿਰ ਤੂੰ ਕੀ ਕਰੇਂਗੀ। ਵਾਹਿਗੁਰੂ ਮੇਥੋਂ ਬੈਠਿਆ ਨਹੀਂ ਗਿਆ, ਅਕਾਲ ਪੁਰਖ ਵਾਹਿਗੁਰੂ ਨੇ ਮਿਹਰ ਕੀਤੀ ਸੀ, ਅੰਦਰ ਫੁਰਨਾ ਮਾਲਕ ਆਪ ਲੈ ਕੇ ਆਏ ਸੀ ਤੇ ਮੈਂ ਨਾਮ ਲਿਖਾਤਾ। ਵਾਹਿਗੁਰੂ ਅੱਗੇ ਬੇਨਤੀ ਜੋਦੜੀ ਵੀ ਕੀਤੀ, ਕਿਉਂਕਿ ਗੁਰਮੁਖ ਪਿਆਰਿਓ ਉੱਥੇ ਜਾ ਕੇ ਪਤਾ ਚੱਲਿਆ ਵੀ ਜਿਨ੍ਹਾਂ ਨੂੰ ਏਦਾਂ ਮਾਣ ਹੁੰਦਾ ਵੀ ਮੈਨੂੰ ਅੰਮ੍ਰਿਤ ਜ਼ਰੂਰ ਮਿਲੂਗਾ, ਵੀ ਮੇਰੇ ਤੇ ਪੂਰੀ ਮਾਲਕ ਦੀ ਕਿਰਪਾ, ਵੀ ਕਈ ਵਾਰ ਉਹ ਰਹਿ ਜਾਂਦੇ ਨੇ ਜੋ ਬਿਲਕੁਲ ਨਿਮਾਣੇ ਹੋ ਕੇ ਮਾਲਕ ਦੇ ਦਰ ਦੇ ਅੱਗੇ ਢਹਿ ਢੇਰੀ ਹੁੰਦੇ ਨੇ, ਉਹਨਾਂ ਨੂੰ ਦਾਤ ਮਿਲ ਜਾਂਦੀ ਆ। ਫਿਰ ਉਸ ਦਿਨ ਬੜਾ ਵਿਰਾਗ ਪੈਦਾ ਹੋਇਆ। ਟੈਲੀਗ੍ਰਾਮ ਮੈਡੀਟੇਸ਼ਨ ਦੀ ਡਿਊਟੀ ਸੀ ਤੇ ਸੰਗਤਾਂ ਨਾਲ ਹਜੇ ਸ਼ੇਅਰ ਨਹੀਂ ਕੀਤਾ ਸੀ ਵੀ ਅੱਜ ਦਾਤ ਲੈਣੀ ਆ, ਕਿਉਂਕਿ ਡਰ ਲੱਗ ਰਿਹਾ ਸੀ ਵੀ ਮਾਲਕ ਦੀ ਰਜ਼ਾ, ਪਤਾ ਨਹੀਂ ਮਾਲਕ ਨੇ ਕਿੱਦਾਂ ਕੀ ਮਾਲਕ ਦਾ ਨਤੀਜਾ ਆਊਗਾ। ਤੇ ਵਾਹਿਗੁਰੂ ਵਿਰਾਗ ਬਹੁਤ ਸੀ। ਪਹਿਲਾਂ ਵੀ ਦੱਸ ਚੁੱਕੀ ਆ ਵੀ ਫੌਜੀ ਨਾਲ ਵਿਆਹ ਤਾਂ ਕਰਾ ਲਿਆ ਸੀ, ਵਾਹਿਗੁਰੂ ਦਿੱਕਤਾਂ ਬੜੀਆਂ ਆਈਆਂ ਨੇ ਜ਼ਿੰਦਗੀ ਦੇ ਵਿੱਚ, ਤੇ ਮਾਲਕ ਅੱਗੇ ਉਸ ਟਾਈਮ ਬੇਨਤੀ ਕੀਤੀ ਸੀ ਵੀ ਅਕਾਲ ਪੁਰਖ ਵਾਹਿਗੁਰੂ ਜੀ, ਇੱਕ ਤੇਰਾ ਦਰ ਆ ਜਿੱਥੇ ਸਹਾਰਾ, ਇਸ ਦਰ ਤੋਂ ਬਿਨਾ ਮੇਰੇ ਲਈ ਕੋਈ ਵੀ ਦਰ ਨਹੀਂ, ਬਾਕੀ ਤੁਹਾਡੀ ਰਜ਼ਾ, ਜਿੱਦਾਂ ਤੁਸੀਂ ਰੱਖੋਗੇ ਰਹਿਣਾ ਤਾਂ ਉੱਦਾਂ ਹੀ ਪਊਗਾ, ਕਿਉਂਕਿ ਮਾਲਕ ਦੇ ਅੱਗੇ ਆਪਾਂ ਅੜੀ ਨਹੀਂ ਕਰ ਸਕਦੇ, ਸਿਰਫ ਆਪਾਂ ਝੁਕ ਸਕਦੇ ਹਾਂ, ਨਿਮਾਣੇ ਬਣ ਸਕਦੇ ਹਾਂ। ਗੁਰਮੁਖ ਪਿਆਰਿਓ ਨਿਮਾਣੇ ਬਣੇ, ਮਾਲਕ ਨੇ ਝੋਲੀ ਦੇ ਵਿੱਚ ਅੰਮ੍ਰਿਤ ਦੀ ਦਾਤ ਪਾਈ। ਵਾਹਿਗੁਰੂ ਬੜਾ ਬੈਰਾਗ ਆਇਆ ਇਸ ਮਨ ਬੱਚੇ ਨੂੰ ਵੀ ਵਾਹਿਗੁਰੂ ਜਿਸ ਬੱਚੇ ਦੀ ਜਾਣੇ ਹੋ, ਇਸ ਦ੍ਰਿਸ਼ਟਮਾਨ ਸੰਸਾਰ ਦੇ ਵਿੱਚ ਕੋਈ ਵੀ ਗੁਣ ਨਹੀਂ ਹੈਗਾ ਜੀ ਵਿਚਰਦੇ ਹੋਏ। ਗੁਣ ਮਤਲਬ ਆਪਾਂ ਸਮਾਜ ਦੇ ਵਿੱਚ ਦੇਖਦੇ ਹਾਂ, 3 ਗੁਣਾਂ ਦੇ ਵਿੱਚ ਦੀ ਗੱਲ ਕਰਦੇ ਹਾਂ ਵੀ ਕੋਈ ਬਹੁਤ ਹੀ ਜ਼ਿਆਦਾ ਰੱਜ ਕੇ ਸੋਹਣਾ ਸੁਨੱਖਾ ਹੁੰਦਾ, ਕੋਈ ਰਜੋ ਗੁਣ ਦੇ ਵਿੱਚ ਇੰਨਾ ਕਾਬਲ ਹੁੰਦਾ, ਆਪਾਂ ਲੇਡੀਜ਼ ਨੂੰ ਦੇਖਦੇ ਹਾਂ ਕਿਚਨ ਦੇ ਕੰਮਾਂ ਦੇ ਵਿੱਚ, ਰਸੋਈ ਦੇ ਘਰ ਦੇ ਕੰਮਾਂ ਦੇ ਵਿੱਚ ਬੜੀਆਂ ਰਕਾਨ ਹੁੰਦੀਆਂ ਨੇ। ਵਾਹਿਗੁਰੂ ਕਿਸੇ ਤਰ੍ਹਾਂ ਦਾ ਕੋਈ ਵੀ ਗੁਣ ਨਹੀਂ, ਪਰ ਮਾਲਕ ਨੇ ਫੇਰ ਵੀ ਪਤਾ ਨਹੀਂ ਕੀ ਦੇਖਿਆ ਕੀ ਨਹੀਂ ਦੇਖਿਆ, ਮਾਲਕ ਨੇ ਰਹਿਮਤ ਕੀਤੀ ਕਿ ਆਪਣੇ ਆਗਿਆਕਾਰ ਬੱਚੇ ਦੇ ਵਿੱਚ ਇਸ ਮਨ ਬੱਚੇ ਨੂੰ ਸ਼ਾਮਲ ਕਰ ਲਿਆ। ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਹੈ। ਗੁਰਮੁਖ ਪਿਆਰਿਓ, ਗੁਰਮੁਖ ਪਿਆਰਿਓ ਅੰਮ੍ਰਿਤ ਦੀ ਦਾਤ ਮਿਲੀ। ਅੰਮ੍ਰਿਤ ਦੀ ਦਾਤ ਮਿਲਣ ਤੋਂ ਬਾਅਦ ਗੁਰਮੁਖ ਪਿਆਰਿਓ ਜਿਹੜਾ ਇਹ ਮਨ ਬੱਚੇ ਬੜਾ ਸ਼ਕਤੀਸ਼ਾਲੀ ਤੇ ਪਾਵਰਫੁਲ ਹੋ ਜਾਂਦਾ ਜਦੋਂ ਇਹ ਅੰਮ੍ਰਿਤ ਪੀ ਲੈਂਦਾ ਤੇ 5 ਪਿਆਰਿਆਂ ਦੇ ਸਨਮੁਖ ਹੋ ਕੇ ਦੀ ਜੋਤ ਜਗਦੀ ਆ, ਇਹ ਮਾਲਕ ਨੂੰ ਪ੍ਰਤੱਖ ਦੇਖ ਲੈਂਦਾ ਤਾਂ ਵਾਹਿਗੁਰੂ ਇਹਨੂੰ ਹੌਸਲਾ ਹੁੰਦਾ। ਇੱਕ ਤਾਂ ਦੂਜਾ, ਵਾਹਿਗੁਰੂ ਅੰਮ੍ਰਿਤ ਹੈ ਹੀ ਇੰਨਾ ਜ਼ਿਆਦਾ, ਮੈਂ ਬਿਆਨ ਨਹੀਂ ਕਰ ਸਕਦੀ ਅੰਮ੍ਰਿਤ ਦੇ ਬਾਰੇ, ਵੈਸੇ ਜੋ ਮੈਂ ਮਹਿਸੂਸ ਕੀਤਾ ਮੈਂ ਥੋੜਾ ਬਹੁਤ ਦੱਸ ਸਕਦੀ ਹਾਂ। ਅੰਮ੍ਰਿਤ ਇੱਕ ਐਦਾਂ ਦੀ ਚੀਜ਼ ਆ ਜੋ ਮਰੀ ਹੋਈ ਰੂਹ ਦੇ ਵਿੱਚ ਵੀ ਜਾਨ ਪਾ ਸਕਦਾ, ਜੋ ਗਿੱਦੜ ਤੋਂ ਸ਼ੇਰ ਬਣਾ ਸਕਦਾ। ਬਾਕੀ ਆਪਣਾ ਵਿਸ਼ਵਾਸ ਤੇ ਦ੍ਰਿੜਤਾ ਹੋਣੀ ਜ਼ਰੂਰੀ ਹੈ। ਵਾਹਿਗੁਰੂ ਸੰਗਤ ਨੇ ਮੇਰਾ ਮਨ ਹੀ ਬਦਲ ਦਿੱਤਾ, ਮੇਰਾ ਰੂਪ ਹੀ ਬਦਲ ਦਿੱਤਾ। ਮੈਂ ਕਦੇ ਵੀ ਨਹੀਂ ਸੋਚਿਆ ਸੀ ਵੀ ਮੈਂ ਦਮਾਲਾ ਬਣੂੰਗੀ, ਪਰ ਮਾਲਕ ਨੇ, ਅਕਾਲ ਪੁਰਖ ਵਾਹਿਗੁਰੂ ਜੀ ਨੇ ਰੂਪ ਦੇ ਕੇ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ। ਗੁਰਮੁਖ ਪਿਆਰਿਓ, ਜਦੋਂ ਇਸ ਸਮਾਜ ਦੇ ਵਿੱਚ ਵਿਚਰਦੇ ਆ ਬਾਣੇ ਦੇ ਰੂਪ ਦੇ ਵਿੱਚ, ਤਾਂ ਰਿਸਪੈਕਟ ਮਿਲਦੀ ਆ ਵਾਹਿਗੁਰੂ ਇਸ ਬਾਣੇ ਦੇ ਰੂਪ ਦੇ ਵਿੱਚ, ਤਾਂ ਬਹੁਤ ਖੁਸ਼ੀ ਹੁੰਦੀ ਆ। ਆਪਦੇ ਆਪ ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਮਹਿਸੂਸ ਕਰਦੇ ਆ, ਉਹਨਾਂ ਦੀ ਪੁੱਤਰੀ ਮਹਿਸੂਸ ਕਰਦੀ ਆ ਮੈਂ। ਵਾਹਿਗੁਰੂ ਆਪਾਂ ਵੀ ਕੋਸ਼ਿਸ਼ ਕਰਨੀ ਹੈ ਬਾਣਾ ਪਾ ਕੇ ਬਿਲਕੁਲ ਸਾਫ਼ ਸੁਥਰਾ ਜੀਵਨ ਜਿਉਣਾ, ਆਪਣੇ ਪਿਤਾ ਦੀ ਪੱਗ ਨੂੰ ਲਾਜ਼ ਨਹੀਂ
लाज रखनी है, दाग नहीं लाउणा। जो बच्चियां ने अमृत की दात लई आ, गुरमुख प्यारिओ, उन्हां तों पुछ के देखिओ, प्रैक्टिकल तां इस तों बाद शुरू हुंदे ने। गुरमंत्र करके हर रस नाम रस अमृत रस की प्राप्ति हुंदी आ ते गुरमुख प्यारिओ अनहद शब्द सुणदे ने। उस तो बाद जदों पंजां प्यारिਆਂ ਦੇ ਸਾਹਮਣੇ ਆਪਾਂ ਪੇਸ਼ ਹੁੰਦੇ ਆ, ਫਿਰ ਵਾਹਿਗੁਰੂ ਉਸ ਤੋਂ ਬਾਅਦ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਆਪਣੀ ਹੋਰ ਨੇੜਤਾ ਮਹਿਸੂਸ ਕਰਾਉਂਦੇ ਨੇ, ਫਿਰ ਗੁਰਮੁਖ ਪਿਆਰਿਓ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਆਪਣੇ ਆਪ ਨੂੰ ਥੋੜਾ ਓਪਰਾ ਮਹਿਸੂਸ ਕਰਦੇ ਆ। ਕਹਿਣ ਦਾ ਮਤਲਬ ਥੋੜਾ ਮਾਲਕ ਇਸ ਸੰਸਾਰ ਤੋਂ ਉੱਪਰ ਉਠਾ ਲੈਂਦਾ। ਵਾਹਿਗੁਰੂ ਸਮੇਂ ਦੇ ਨਾਲ ਅਵਸਥਾ ਚੇਂਜ ਹੋਣਗੀਆਂ। ਇੱਕ ਸਮਾਂ ਸੀ ਜਦੋਂ ਬਹੁਤ ਏਦਾਂ ਦਿਲ ਕਰਦਾ ਸੀ ਵੀ ਸੰਗਤ ਨੂੰ ਵੱਧ ਤੋਂ ਵੱਧ ਦੱਸੀਏ। ਫਿਰ ਮਾਲਕ ਇੱਕ ਟਾਈਮ ਏਦਾਂ ਦਾ ਸਮਾਂ ਆਉਂਦਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰੋਂ ਕਿ ਮਨ ਚੁੱਪ ਕਰ ਜਾਂਦਾ। ਸਿਰਫ ਉਸ ਮਾਲਕ ਨਾਲ ਨੇੜਤਾ ਮਹਿਸੂਸ ਕਰਦਾ ਹੋਇਆ, ਮਾਲਕ ਨੂੰ ਹੀ ਤੱਕਣਾ ਪਸੰਦ ਕਰਦਾ, ਮਾਲਕ ਦੇ ਨਾਲ ਹੀ ਬੋਲਣਾ ਪਸੰਦ ਕਰਦਾ, ਮਾਲਕ ਦੇ ਨਾਲ ਹੀ ਹਰ ਸਮੇਂ ਰਹਿਣਾ ਪਸੰਦ ਕਰਦਾ। ਵਾਹਿਗੁਰੂ ਇਹ ਅਵਸਥਾ ਦੇ ਹਿਸਾਬ ਨਾਲ ਨੇ। ਇਹ ਜਿਉਂ-ਜਿਉਂ ਨੇੜਤਾ ਮਹਿਸੂਸ ਕਰਾਂਗੇ, ਤਿਉਂ-ਤਿਉਂ ਉਸਦੇ ਹਿਸਾਬ ਨਾਲ ਅਵਸਥਾ ਚੇਂਜ ਹੋਣੀ। ਬਸ ਇੱਕ ਇਸ ਰਾਹ ਤੇ ਤੁਰਦੇ ਹੋਏ ਬੈਰ ਵਿਰੋਧ ਈਰਖਾ ਤੋਂ ਉੱਪਰ ਉੱਠੀਏ। ਕੋਈ ਗੱਲ ਨਹੀਂ, ਜੇ ਕੋਈ ਆਪਾਂ ਨੂੰ ਨਹੀਂ ਚੰਗਾ ਸਮਝਦਾ, ਕੋਈ ਗੱਲ ਨਹੀਂ ਵਾਹਿਗੁਰੂ, ਆਪਾਂ ਚੰਗੇ ਹੋ ਕੇ ਵਿਚਰਨਾ। ਜੇ ਨਹੀਂ ਕੋਈ ਨਹੀਂ ਚੰਗਾ ਸਮਝਦਾ, ਇਹਦੇ ਵਿੱਚ ਆਪਾਂ ਟੈਨਸ਼ਨ ਨਹੀਂ ਲੈਣੀ। ਆਪਾਂ ਮਾਲਕ ਦੇ ਨਾਲ ਪਿਆਰ ਪਾ ਲਓ ਤੇ ਮਾਲਕ ਦੇ ਬੱਚੇ ਆਪਣੇ ਆਪ ਹੀ ਚੰਗੇ ਲੱਗਣਗੇ। ਜਿਹੜਾ ਕੋਈ ਆਪਣੇ ਪ੍ਰਤੀ ਵਿਚਾਰ ਗਲਤ ਰੱਖਦਾ, ਉਹਦਾ ਵੀ ਆਪਾਂ ਭਲਾ ਮੰਗੀਏ। ਵਾਹਿਗੁਰੂ ਮਿਹਰ ਕਰਨ ਸਾਰਿਆਂ ਉੱਪਰ, ਕਿਉਂਕਿ ਵਾਹਿਗੁਰੂ ਮਨ ਦੀ ਅਵਸਥਾ, ਇਹ ਮਨ ਇਸ ਸਮੇਂ ਇਸ ਅਵਸਥਾ ਦੇ ਵਿੱਚ ਗੁਜ਼ਰ ਰਿਹਾ ਕਿ ਇਹਨੂੰ ਸਹਿਜ ਹੀ ਚੰਗਾ ਲੱਗਦਾ। ਕਿੰਨੇ ਗੁਰਮੁਖ ਪਿਆਰਿਆਂ ਦੇ ਫੋਨ ਕਾਲਸ ਆਉਂਦੇ ਨੇ, ਵਾਹਿਗੁਰੂ ਤੁਸੀਂ ਗੱਲ ਨਹੀਂ ਕਰਦੇ, ਫੋਨ ਨਹੀਂ ਕਰਦੇ, ਵਾਹਿਗੁਰੂ ਹੁਣ ਕੀ ਸਮਝਾਈਏ ਇਸ ਅਵਸਥਾ ਬਾਰੇ। ਸਾਰਾ ਦਿਨ ਸਹਿਜ 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 ਹੀ ਚੱਲਦਾ ਰਹਿੰਦਾ। ਕਿਸੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਮਨ ਦੇ ਵਿੱਚ ਵਿਰੋਧ ਨਹੀਂ, ਕੁਝ ਵੀ ਨਹੀਂ। ਬਸ ਮਾਲਕ ਦੀ ਨੇੜਤਾ ਨੂੰ ਮਹਿਸੂਸ ਕਰਦੇ ਹੋਏ ਸਹਿਜ ਦੇ ਵਿੱਚ ਲੰਘ ਜਾਂਦੇ ਆ। ਵਾਹਿਗੁਰੂ ਸੱਚੀ ਸੰਗਤ ਦੀ ਪਛਾਣ ਕਰਕੇ ਸੱਚੀ ਸੰਗਤ ਦੇ ਵਿੱਚ ਬੈਠੋ। ਬੈਰ ਈਰਖਾ ਦੁਵਿਧਾ ਤੋਂ ਦੂਰ ਰਹੋ। ਗੁਰਮੁਖ ਪਿਆਰਿਓ, ਕੋਸ਼ਿਸ਼ ਕਰਨੀ ਆਪਾਂ ਨੇ ਸਾਰਿਆਂ ਨੇ ਵੱਧ ਤੋਂ ਵੱਧ। ਆਪਾਂ ਨੂੰ ਹੁਣ ਪਹਿਚਾਣ ਆਉਣੀ ਚਾਹੀਦੀ ਆ, ਕੌਣ ਸਹੀ ਆ ਕੌਣ ਗਲਤ ਆ। ਸਿਮਰਨ ਕਰਕੇ ਪਹਿਚਾਣ ਅਕਾਲ ਪੁਰਖ ਵਾਹਿਗੁਰੂ ਜੀ ਆਪਾਂ ਨੂੰ ਦੇ ਦਿੰਦੇ ਨੇ। ਆਪਾਂ ਹੁਣ ਕਿਸ ਦੀ ਗੱਲਾਂ ਦੇ ਵਿੱਚ ਨਹੀਂ ਆਉਣਾ, ਆਪਾਂ ਭਰਮਾਏ ਨਹੀਂ ਜਾਣਾ। ਜਦੋਂ ਮਨ ਕਹਿੰਦਾ ਸਿਮਰਨ ਕਰਦੇ ਆ, ਸ਼ਬਦ ਸੁਣਦੇ ਆ, ਸਹੀ ਰਾਹ ਤੇ ਚੱਲ ਰਹੇ ਆ ਵੀ ਇਹ ਗੱਲ ਠੀਕ ਆ, ਕਿਉਂਕਿ ਵਾਹਿਗੁਰੂ ਮਾਲਕ ਅੰਦਰੋਂ ਦੱਸਣ ਲੱਗ ਜਾਂਦੇ ਨੇ। ਮਨ ਨੂੰ ਇਸ਼ਾਰਾ, ਵਾਹਿਗੁਰੂ ਮਾਲਕ ਇਸ਼ਾਰੇ ਕਰਨਗੇ, ਉਹਨਾਂ ਇਸ਼ਾਰਿਆਂ ਨੂੰ ਆਪਾਂ ਸਮਝਣਾ, ਇਸ਼ਾਰਿਆਂ ਨੂੰ ਸਮਝਦੇ ਹੋਏ ਚੱਲਣਾ। ਜੋ ਮਾਲਕ ਕਹਿ ਰਹੇ ਨੇ ਠੀਕ ਆ, ਬੇਨਤੀ ਪਾ ਦਿਓ। ਜੇ ਦੁਵਿਧਾ ਚ ਆ ਗਏ, ਬੇਨਤੀ ਪਾ ਦਿਓ ਵੀ ਵਾਹਿਗੁਰੂ ਸਾਨੂੰ ਨਹੀਂ ਸਮਝ ਆ ਰਹੀ ਕਿ ਠੀਕ ਆ ਕੀ ਗਲਤ ਆ, ਤੁਸੀਂ ਸਾਨੂੰ ਆਪਣੇ ਨਾਲ ਜੋੜ ਕੇ ਰੱਖੋ। ਵਾਹਿਗੁਰੂ ਜ਼ਰੂਰ ਨਤੀਜਾ ਮਿਲੂਗਾ। ਸਾਰੀ ਸੰਗਤ ਨੇ ਕੋਸ਼ਿਸ਼ ਕਰਨੀ ਆ, ਈਰਖਾ ਬੈਰ ਦੁਵਿਧਾ ਤੋਂ ਦੂਰ ਰਹੋ, ਸੱਚੀ ਸੰਗਤ ਦੇ ਵਿੱਚ ਬੈਠੋ। ਤੇ ਗੁਰਮੁਖ ਪਿਆਰਿਓ, ਵੱਧ ਤੋਂ ਵੱਧ ਸੰਗਤ ਦਾ ਲਾਹਾ ਲਓ। ਜਿਹੜੇ ਗੁਰਮੁਖ ਪਿਆਰਿਆਂ ਨੇ ਅੰਮ੍ਰਿਤ ਦੀ ਦਾਤ ਲਈ ਆ, ਉਹ ਸਥਾਨ ਤੇ ਮਹੀਨੇ 'ਚ ਇੱਕ ਵਾਰ ਜ਼ਰੂਰ ਪਹੁੰਚਿਆ ਕਰੋ। ਭਾਈ ਸਾਹਿਬ ਨੇ ਬਚਨ ਕੀਤਾ ਸੀ, ਭਾਈ ਸਾਹਿਬ ਭਾਈ ਧਰਮਜੀਤ ਸਿੰਘ ਜੀ ਨੇ, ਵੀ ਮਹੀਨੇ 'ਚ ਬੱਚੇ ਇੱਕ ਚੱਕਰ ਲਾਓ। ਵਾਹਿਗੁਰੂ ਪਾਵਰ ਆ ਸੰਗਤ ਦੀ, ਸ਼ਕਤੀ ਆ। ਜਦੋਂ ਉੱਥੇ ਵਿਚਰਦੇ ਆ, ਬਹਿਨੇ ਆ, ਤੇ ਜਦੋਂ ਘਰ ਵਾਪਸ ਆਉਂਦੇ ਆ, ਫਿਰ ਪਤਾ ਲੱਗਦਾ ਵੀ ਕਿੰਨਾ ਭੰਡਾਰਾ ਭਰ ਗਿਆ। ਸੰਗਤ ਹੈ ਹੀ ਸੱਚੀ ਉਹ ਆ, ਜਦੋਂ ਆਪਾਂ ਨੂੰ ਘਰ ਆ ਕੇ ਏਦਾਂ ਹੁਲਾਰੇ ਆਉਣ, ਮਹਿਸੂਸ ਹੋਵੇ ਵੀ ਹਾਂਜੀ ਕਿਤੇ ਗਏ ਸੀ, ਆਨੰਦ ਬਣਿਆ ਪਿਆ। ਉਹ ਸੱਚੀ ਸੰਗਤ ਆ ਵਾਹਿਗੁਰੂ। ਕਿਤੇ ਵੀ ਸਿਮਰਨ ਹੋ ਰਿਹਾ, ਮਾਲਕ ਦੀ ਗੱਲ ਹੋ ਰਹੀ ਹੈ, ਜ਼ਰੂਰ ਬੈਠੋ। ਬਿਨਾਂ ਸੋਚੇ ਸਮਝੇ ਆਰਾਮ ਨਾਲ ਬੈਠੋ। ਜਿੱਥੇ ਦੁਵਿਧਾ ਹੋ ਰਹੀ ਹੈ, ਕਿਸੇ ਨੂੰ ਨੀਚਾ ਕਿਸੇ ਨੂੰ ਉੱਚਾ ਦਿਖਾਇਆ ਜਾ ਰਿਹਾ, ਉੱਥੇ ਪਿੱਛੇ ਹਟ ਜਾਓ। ਜੋ ਬਾਰੀ ਮਿਲੀ ਇਹਨੂੰ ਅਜਾਈ ਨਾ ਜਾਣ ਦਿਓ।
ਆਪਾਂ ਕਿਸੇ ਤੋਂ ਵਿਰੋਧ ਨਹੀਂ ਕਰਨਾ, ਕਿਸੇ ਨਾਲ ਬੈਰ ਨਹੀਂ ਕਰਨਾ, ਆਪਾਂ ਤਾਂ ਸੰਗਤ ਕਰਕੇ ਮਾਲਕ ਦੀ ਗੱਲ ਸੁਣਨੀ ਆ, ਸਿਮਰਨ ਕਰਨਾ ਤੇ ਮਾਲਕ ਨੂੰ ਮਿਲਣਾ। ਬਸ ਆਪਾਂ ਦਾ ਆਪਣਾ ਕੀ ਮਨ ਦੇ ਵਿੱਚ ਹੋਣਾ ਚਾਹੀਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣਾ ਤੇ ਸਾਰੇ ਗੁਰਮੁਖ ਪਿਆਰਿਆਂ ਦੀ ਰਿਸਪੈਕਟ ਕਰਨੀ, ਸਾਰੇ ਜੀਵਾਂ ਦੇ ਨਾਲ ਪਿਆਰ ਕਰਨਾ। ਜਦੋਂ ਆਪਾਂ ਸਿਮਰਨ ਕਰਾਂਗੇ, ਗੁਣ ਮਾਲਕ ਨੇ ਆਪਣੇ ਆਪ ਹੀ ਦੇ ਦੇਣੇ ਨੇ। ਆਪਾਂ ਮਾਲਕ ਨੇ ਇਸ ਰਸਨਾ ਤੇ ਬੈਠ ਕੇ ਜੋ ਜੋ ਬਚਨ ਬੁਲਾਏ ਨੇ, ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਨੇ, ਉਹਨਾਂ ਨੇ